ਅਕਾਲ ਜੀ। ਚੜ੍ਹਦਾ ਪੰਜਾਬ YouTube ਚੈਨਲ ਲਈ ਕਰੰਸੀ ਨੋਟ ਲੜੀਵਾਰ ਦੀ 7ਵੀਂ ਕਹਾਣੀ ਪੇਸ਼ ਹੈ ਜੀ। ਕਹਾਣੀ ਦਾ ਟਾਈਟਲ ਹੈ ਗਲਵਾਨ ਸ਼ਹੀਦ। ਕਹਾਣੀ ਤੋਂ ਪਹਿਲਾਂ ਇੱਕ ਬੇਨਤੀ, ਹੁਣ ਤੱਕ ਕਰੰਸੀ ਨੋਟ ਲੜੀਵਾਰ ਦੀਆਂ ਆਪਾਂ 6 ਕਹਾਣੀਆਂ ਸੁਣ ਚੁੱਕੇ ਹਾਂ। ਆਸ ਹੈ ਕਿ ਆਪ ਨੂੰ ਪਹਿਲੀਆਂ 6 ਕਹਾਣੀਆਂ ਚੰਗੀਆਂ ਲੱਗੀਆਂ ਹੋਣਗੀਆਂ। ਜੇਕਰ ਚੰਗੀਆਂ ਲੱਗੀਆਂ ਹਨ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਕਰਨਾ ਤਾਂ ਬਣਦਾ ਹੈ ਜੀ। ਮੈਨੂੰ ਹੋਰ ਵੀ ਖੁਸ਼ੀ ਹੋਏਗੀ ਅਤੇ ਮੇਰਾ ਹੌਸਲਾ ਵਧੇਗਾ ਜੇਕਰ ਚੜ੍ਹਦਾ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਵੇ। ਧੰਨਵਾਦ। ਕਹਾਣੀ ਪੇਸ਼ ਹੈ ਜੀ, ਗਲਵਾਨ ਸ਼ਹੀਦ। ਅਗਲੇ ਦਿਨ ਅਵਤਾਰ ਕੌਰ ਨੇ ਬੈਗ ਵਿੱਚੋਂ ਯਾਤਰਾ ਵਾਲੇ ਸਾਰੇ ਕੱਪੜੇ ਧੋਣ ਲਈ ਬਾਹਰ ਕੱਢੇ। ਕੁੜਤੀ ਦੇ ਗੀਚੇ ਵਿੱਚੋਂ ਇੱਕ ਹਲਦੀ ਵਾਲਾ ਗਿੱਲਾ 100 ਰੁਪਏ ਦਾ ਨੋਟ ਕੱਢ ਕੇ ਮੰਜੇ ਉੱਪਰ ਸੁੱਕਣਾ ਰੱਖ ਦਿੱਤਾ। ਇੰਨੇ ਨੂੰ ਡਿੱਗਦੀ ਪੈਂਦੀ ਪ੍ਰਕਾਸ਼ੋ ਨੇ ਆ ਕੇ ਕੁੰਡਾ ਖੜਕਾਇਆ। ਨਹੀਂ ਭੈਣੇ ਅਵਤਾਰ, ਸੁੱਖੀ ਸਾਂਦੀ ਵਾਪਸ ਆ ਗਈਆਂ ਹਰਿਦੁਆਰ ਦੇ ਦਰਸ਼ਨ ਕਰਕੇ? ਅਵਤਾਰ ਕੌਰ ਨੇ ਮੂਹੜਾ ਅੱਗੇ ਕਰਦੀ ਨੇ ਕਿਹਾ। ਹਾਂ ਭੈਣੇ ਪ੍ਰਕਾਸ਼ੋ, ਬਸ ਰਾਤ ਹੀ ਆਏ ਹਾਂ। ਆ ਲੈ ਪ੍ਰਸਾਦ, ਨਾਲੇ ਤੇਰੀ ਖੁੰਡੀ ਰਿਸ਼ੀਕੇਸ਼ ਤੋਂ ਲਿਆਂਦੀ ਹੈ, ਦੇਖ। ਖੁੰਡੀ ਫੜਦੇ ਹੋਏ ਪ੍ਰਕਾਸ਼ ਕੌਰ ਨੇ ਪੁੱਛਿਆ, ਮਹਿੰਗੀ ਲੱਗਦੀ ਹੈ, ਕਿੰਨੇ ਦੀ ਆਈ ਆ? ਅਵਤਾਰ ਕੌਰ, 500 ਰੁਪਏ ਮੰਗਦੇ ਸੀ, ਪਰ ਜਦ ਅਸੀਂ ਤੁਰਨ ਲੱਗੇ ਤਾਂ ਪਿੱਛੋਂ ਆਵਾਜ਼ ਮਾਰ ਕੇ ਕਹਿੰਦਾ 400 ਰੁਪਏ ਦੀ ਲੱਗ ਜਾਵੇਗੀ। ਚੰਗਾ ਭਾਈ, ਚੰਗਾ ਕੀਤਾ, ਤੁਰਨਾ ਮੁਹਾਲ ਹੋਇਆ ਪਿਆ ਸੀ ਇਸ ਉਮਰ ਵਿੱਚ। ਮੈਂ ਪ੍ਰੀਤਮ ਨੂੰ ਭੇਜਦੀ ਹਾਂ ਪੈਸੇ ਦੇ ਕੇ। ਥੋੜ੍ਹੀ ਦੇਰ ਬਾਅਦ ਪ੍ਰੀਤਮ ਸਿੰਘ ਆਪਣੀ ਚਾਚੀ ਅਵਤਾਰ ਕੌਰ ਨੂੰ 500 ਰੁਪਏ ਦਿੰਦਾ ਹੋਇਆ ਬੋਲਿਆ, ਲੈ ਚਾਚੀ, ਅੰਬੋ ਦੀ ਖੁੰਡੀ ਵਾਲੇ ਪੈਸੇ। ਬੇ ਪ੍ਰੀਤਮ, ਖੁੰਡੀ ਤਾਂ 400 ਰੁਪਏ ਦੀ ਆਈ ਆ, ਬਾਕੀ 100 ਕਦੀ ਫੇਰ ਲੈ ਲਈ। ਚਾਚੀ, ਆ ਜਿਹੜਾ 100 ਰੁਪਏ ਦਾ ਨੋਟ ਮੰਜੇ ਤੇ ਸੁੱਕਣਾ ਪਾਇਆ ਹਲਦੀ ਰੰਗਾ, ਇਹ ਹੀ ਦੇ ਦੇ, ਹਿਸਾਬ ਬਰਾਬਰ ਹੋ ਜਾਊ। ਚਾਚੀ, ਲੈ ਜਾ ਭਾਈ, ਕਰ ਲੈ ਹਿਸਾਬ ਬਰਾਬਰ। ਹਾਂ ਸੱਚ ਪੁੱਤ ਪ੍ਰੀਤਮ, ਸੁਣਿਆ ਚੀਨ ਦੇ ਬਾਰਡਰ 'ਤੇ ਫੇਰ ਲੜਾਈ ਦੀਆਂ ਖਬਰਾਂ ਨੇ। ਆਪਣਾ ਕਰਨੈਲ ਪੁੱਤ ਵੀ ਤਾਂ ਸ਼ਾਇਦ ਉੱਧਰ ਹੀ ਗਿਆ ਫੌਜ ਦੀ ਨੌਕਰੀ ਕਰਨ। ਨਹੀਂ ਚਾਚੀ, ਉਹ ਤਾਂ ਲੇਹ ਵਾਲੇ ਬਾਰਡਰ 'ਤੇ ਹੈ। ਸਭ ਠੀਕ ਠਾਕ ਹੈ। ਪਰਸੋਂ ਹੀ ਗੱਲ ਹੋਈ ਸੀ, ਕਹਿੰਦਾ ਦੁੱਧ ਦੇ ਪੈਕਟ ਪੱਥਰ ਬਣ ਜਾਂਦੇ ਨੇ, ਭੰਨ ਭੰਨ ਕੇ ਚਾਹ ਬਣਾਉਣੀ ਪੈਂਦੀ ਹੈ। ਹਾਂ ਚਾਚੀ, ਜਦੋਂ ਤੁਸੀਂ ਹਰਿਦੁਆਰ ਗਏ ਸੀ ਉਸ ਦਿਨ ਹੀ ਤਾਂ ਗਿਆ ਹੈ ਆਪਣਾ ਕਰਨੈਲ। ਨਾਲੇ ਚਾਚੀ, ਇਸ ਵਾਰ ਤਾਂ ਉਸ ਦੀ ਭੂਆ ਨੇ ਜਿਹੜੀ ਦੱਸ ਪਾਈ ਸੀ ਨਰਸ ਦਾ ਕੋਰਸ ਕਰਦੀ ਕੁੜੀ ਦੀ, ਗੱਲ ਪੱਕੀ ਹੋ ਗਈ ਹੈ। ਬਸ 2-3 ਮਹੀਨਿਆਂ ਬਾਅਦ ਛੁੱਟੀ ਆਊਗਾ, ਵਿਆਹ ਕਰ ਦੇਵਾਂਗੇ। ਤੂੰ ਆਪਣਾ ਲੀੜਾ ਕੱਪੜਾ ਤਿਆਰ ਰੱਖ। ਅਸੀਂ ਤਾਂ ਸੰਗਮ ਵਾਲਿਆਂ ਦਾ ਪੈਲੇਸ ਵੀ ਬੁੱਕ ਕਰਵਾ ਦਿੱਤਾ। ਦਿਨ ਦੇ ਦਿਨ ਪੈਲੇਸ ਖਾਲੀ ਨਹੀਂ ਮਿਲਦੇ। ਘਰੋਂ ਫੋਨ ਆਈ ਜਾਂਦਾ। ਚੰਗਾ ਚਾਚੀ, ਕਦੀ ਫੇਰ ਗੱਲ ਕਰਾਂਗੇ। ਚੰਗਾ ਪੁੱਤ, ਵਧਾਈਆਂ, ਵੱਡੀਆਂ ਉਮਰਾਂ ਹੋਣ, ਜਵਾਨੀਆਂ ਮਾਣੋ। ਆਹ ਨੋਟ ਜੇਬ ਦੇ ਅੰਦਰ ਕਰ ਲੈ, ਬਾਹਰ ਝਾਕਦਾ ਪਿਆ। ਚਾਚੀ ਅਵਤਾਰ ਕੌਰ ਦੇ ਘਰੋਂ ਜਦੋਂ ਪ੍ਰੀਤਮ ਵਾਪਸ ਆਇਆ ਤਾਂ ਗਲੀ ਵਿੱਚ ਇੱਕ ਫੌਜੀ ਗੱਡੀ ਖੜੀ ਦੇਖ ਕੇ ਹੈਰਾਨ ਜਿਹਾ ਹੋ ਗਿਆ। ਅੰਦਰ ਬੈਠਾ ਸੂਬੇਦਾਰ 2 ਸਿਪਾਹੀਆਂ ਨੂੰ ਕੁਝ ਸਮਝਾ ਰਿਹਾ ਸੀ। ਜਿਉਂ ਹੀ ਪ੍ਰਕਾਸ਼ ਬੈਠਕ ਅੰਦਰ ਗਿਆ, ਸੂਬੇਦਾਰ ਨੇ ਸਲੂਟ ਮਾਰ ਕੇ ਇੱਕ ਤਾਰਨੁਮਾ ਪਰਚੀ ਪ੍ਰੀਤਮ ਦੇ ਹੱਥ ਦੇ ਦਿੱਤੀ। ਪ੍ਰਕਾਸ਼ ਨੇ ਕਿਹਾ, ਸਾਹਿਬ ਜੀ, ਪੜ੍ਹ ਕੇ ਦੱਸੋ ਕੀ ਗੱਲ ਹੈ। ਪੜ੍ਹਨੀ ਕਿਸ ਨੇ ਸੀ? ਨਾਲ ਆਏ ਇੱਕ ਸਰਦਾਰ ਫੌਜੀ ਦੀ ਭੁੱਬ ਨਿਕਲ ਗਈ। ਚਾਚਾ, ਆਪਣਾ ਕਰਨੈਲ ਤਾਂ ਦੇਸ਼ ਦੇ ਕੰਮ ਆ ਗਿਆ। ਕਰਨੈਲ ਦੀ ਮਾਂ ਜੋ ਚਾਹ ਦੇ ਕੱਪਾਂ ਦੀ ਟਰੇ ਲੈ ਕੇ ਆਈ ਸੀ, ਦੇਹਲੀ ਤੋਂ ਅੰਦਰ ਇਸ ਤਰ੍ਹਾਂ ਡਿੱਗੀ ਕਿ ਸਾਰੇ ਕੱਪ ਚੂਰ ਚੂਰ ਹੋ ਗਏ ਅਤੇ ਚਾਹ ਦਾ ਇੱਕ ਛੱਪੜ ਜਿਹਾ ਬਣ ਗਿਆ। ਨਾਲ ਦੀ ਨਾਲ ਹੀ ਪਿੰਡ ਦਾ ਸਰਪੰਚ ਅਤੇ ਕਲੱਬ ਵਾਲੇ ਵੀਰ ਫੌਜੀ ਗੱਡੀ ਕਰਨੈਲ ਦੇ ਘਰੇ ਅੱਗੇ ਖੜੀ ਦੇਖ ਕੇ ਦੌੜ ਕੇ ਆਏ। ਭਾਣਾ ਵਰਤ ਚੁੱਕਿਆ ਸੀ। ਸਰਪੰਚ ਫੌਜੀ ਪਾਰਟੀ ਨੂੰ ਆਪਣੇ ਘਰ ਲੈ ਗਿਆ ਅਤੇ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕੀਤੀ। ਸਰਦਾਰ ਫੌਜੀ ਦੱਸ ਰਿਹਾ ਸੀ, ਜੀ ਕਈ ਦਿਨਾਂ ਤੋਂ ਗਲਵਾਨ ਘਾਟੀ ਵਿੱਚ ਚੀਨੀ ਫੌਜੀ ਸਾਡੀ ਪੈਟਰੋਲਿੰਗ ਨੂੰ ਰੋਕ ਰਹੇ ਸੀ। ਹੌਲੀ ਹੌਲੀ ਉਹ 8-10 ਕਿਲੋਮੀਟਰ ਅੱਗੇ ਆ ਕੇ ਆਪਣੇ ਟੈਂਟ ਗੱਡ ਕੇ ਹੋਰ ਅੱਗੇ ਵੱਧਦੇ ਆ ਰਹੇ ਸੀ। ਥੋੜ੍ਹੀ ਬਹੁਤ ਧੱਕਾ ਮੁੱਕੀ ਕਈ ਵਾਰ ਹੋ ਚੁੱਕੀ ਸੀ। ਕਾਹਲੀ ਪੈਂਦੇ ਹੋਏ ਸਰਪੰਚ ਨੇ ਪੁੱਛਿਆ, ਫਿਰ ਆਪਾਂ ਨੇ ਕਿਉਂ ਨਹੀਂ ਮੋਰਚੇ ਬਣਾਏ? ਨਾਲੇ 26 ਜਨਵਰੀ ਨੂੰ ਜੋ ਤੋਪਾਂ ਬੰਬ ਦਿਖਾਉਂਦੇ ਹੋ, ਉਹ ਕਿੱਥੇ ਨੇ? ਸਰਦਾਰ ਫੌਜੀ ਨੇ ਸਮਝਾਇਆ ਕਿ ਸਰਪੰਚ ਸਾਹਿਬ,
ਆਪਣੇ ਮੋਰਚੇ ਵੀ ਨੇ ਤੇ ਤੋਪਾਂ ਵੀ ਤਿਆਰ ਨੇ, ਪਰ ਸਾਡੇ ਹੱਥ ਬੰਨੇ ਸਮਝੋ, ਨਹੀਂ ਤਾਂ ਉਡਾ ਨਾ ਦਿੰਦੇ ਸਾਲੇ ਚੀਨੀਆਂ ਨੂੰ। ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਕੋਈ ਸਮਝੌਤਾ ਹੋਇਆ ਆਪਸ ਵਿੱਚ ਕਿ ਕੋਈ ਵੀ ਹਥਿਆਰ ਲੈ ਕੇ ਗਸ਼ਤ ਨਹੀਂ ਕਰੇਗਾ ਅਤੇ ਆਪਣੀਆਂ ਤੋਪਾਂ, ਬੰਬ, ਗੋਲੀ, ਸਿੱਕਾ ਬਾਰਡਰ ਤੋਂ 15 ਕਿਲੋਮੀਟਰ ਪਿੱਛੇ ਰੱਖੇਗਾ। ਹੁਣ ਉੱਪਰੋਂ ਹੁਕਮ ਹੈ ਕਿ 8-10 ਕਿਲੋਮੀਟਰ ਦੀ ਜ਼ਮੀਨ ਜੋ ਚੀਨੀਆਂ ਨੇ ਦੱਬ ਲਈ ਹੈ, ਇਸ ਨੂੰ ਖਾਲੀ ਕਰਵਾਇਆ ਜਾਵੇ, ਚੀਨੀ ਫੌਜ ਨੂੰ ਵਾਪਸ ਭਜਾਇਆ ਜਾਵੇ, ਪਹਿਲਾਂ ਗੱਲਬਾਤ ਨਾਲ, ਫਿਰ ਜੋ ਠੀਕ ਸਮਝੋ। ਸਾਡੇ ਸੀਓ ਸਾਹਿਬ 3 ਦਿਨ ਤੋਂ ਗੱਲ ਕਰ ਰਹੇ ਸੀ, ਪਰ ਹੁਣ ਜਦੋਂ ਵੀ ਆਪਣੀ ਗਸ਼ਤ ਪੁਰਾਣੇ ਰੂਟ ਤੇ ਜਾਂਦੀ ਹੈ, ਚੀਨੇ ਅੱਗੋਂ ਰਾਹ ਰੋਕ ਲੈਂਦੇ ਨੇ। ਇਸੇ ਤਰ੍ਹਾਂ ਹੀ ਗੱਲਬਾਤ ਚੱਲ ਰਹੀ ਸੀ। 3-4 ਚੀਨੀ ਫੌਜੀਆਂ ਨੇ ਸੀਓ ਸਾਹਿਬ ਨੂੰ ਧੱਕਾ ਦੇ ਕੇ ਖੱਡ ਵਿੱਚ ਸੁੱਟ ਦਿੱਤਾ। ਬਸ ਫਿਰ ਕੀ ਸੀ। ਭਾਰਤ ਮਾਤਾ ਦੀ ਜੈ, ਦੇਗ ਤੇਗ ਫਤਿਹ ਬੋਲਦੇ ਹੋਏ ਆਪਣੇ ਜਵਾਨ ਚੀਨੀ ਫੌਜੀਆਂ ਨੂੰ ਟੁੱਟ ਕੇ ਪੈ ਗਏ। ਧੋਖੇਬਾਜ਼ ਚੀਨੇ ਆਪਣੇ ਨਾਲ ਕੰਡਿਆਲੀ ਤਾਰ ਲਪੇਟ ਕੇ ਜਾਤੂ ਜਿਹੇ ਜੇ ਵੀ ਲੈ ਕੇ ਆਏ ਸੀ। ਨੁਕਸਾਨ ਦੋਨੇ ਪਾਸੇ ਹੋਇਆ। ਸੀਓ ਸਾਹਿਬ 3 ਘੰਟਿਆਂ ਬਾਅਦ ਖੱਡ ਵਿੱਚੋਂ ਕੱਢੇ ਗਏ। ਕਰਨੈਲ ਤਾਂ ਅਜੇ 1 ਦਿਨ ਪਹਿਲਾਂ ਹੀ ਡਿਊਟੀ ਚੜ੍ਹਿਆ ਸੀ। ਆਪਣੇ ਕਰਨੈਲ ਬਾਈ ਨੇ 3 ਚੀਨੇ ਘੁਮਾ ਕੇ ਪਹਾੜੀਆਂ ਵਿੱਚ ਮਧੋਲੇ। ਜਦੋਂ ਕਰਨੈਲ ਜ਼ਖਮੀ ਹੋ ਗਿਆ ਤਾਂ ਆਪਣੀ ਸੀਰੀ ਸਾਹਿਬ ਨਾਲ ਕਈ ਚੀਨਿਆਂ ਨੂੰ ਪਾਰ ਬੁਲਾਇਆ। ਆਖਰਕਾਰ 1.5-2 ਘੰਟਾ ਗੁੱਥਮ ਗੁੱਥਾ ਚੱਲਦਾ ਰਿਹਾ। ਫਿਰ ਜਦੋਂ ਆਪਣੀ ਸਾਰੀ ਪਲਟਨ ਨੇ ਧਾਵਾ ਬੋਲਿਆ ਤਾਂ ਚੀਨੇ ਆਪਣੇ ਫੌਜੀਆਂ ਦੀਆਂ ਲਾਸ਼ਾਂ ਛੱਡ ਕੇ ਭੱਜ ਗਏ। ਸੀਓ ਸਾਹਿਬ ਅਤੇ ਜ਼ਖਮੀ ਫੌਜੀਆਂ ਨੂੰ ਹੈਲੀਕਾਪਟਰਾਂ ਰਾਹੀਂ ਹਸਪਤਾਲ ਭੇਜਿਆ ਗਿਆ। ਕਰਨੈਲ ਬਾਈ ਦੇ ਸਰੀਰ ਵਿੱਚ ਬਿਲਕੁਲ ਵੀ ਹਲਚਲ ਨਹੀਂ ਸੀ। ਹਾਂ, ਉਸ ਦੀ ਜੇਬ ਵਿੱਚੋਂ ਉਸ ਦੀ ਮੰਗੇਤਰ ਦੀ ਫੋਟੋ, ਖੋਏ ਦੀਆਂ ਪਿੰਨੀਆਂ ਦਾ ਲਿਬੜਿਆ ਖਾਲੀ ਲਿਫਾਫਾ, ਇੱਕ ਆਈ ਕਾਰਡ ਅਤੇ ਕੁਝ ਹੋਰ ਕਾਗਜ਼ ਮਿਲੇ ਨੇ ਜੋ ਕੱਲ੍ਹ ਨੂੰ ਤਬੂਜ ਨਾਲ ਆਉਣਗੇ। ਪਰ ਸਰੀਰ ਦਾ ਕੋਈ ਵੀ ਹਿੱਸਾ ਸਲਾਮਤ ਨਹੀਂ ਜਿੱਥੇ ਚੀਨਿਆਂ ਨੇ ਚੋਟ ਨਾ ਮਾਰੀ ਹੋਵੇ। ਕਹਿੰਦਾ ਸਰਦਾਰ ਫੌਜੀ ਡੁਸਕਣ ਲੱਗ ਪਿਆ। ਸਰਪੰਚ ਦੇ ਘਰੋਂ ਚਾਹ ਪੀ ਕੇ ਫੌਜੀ ਗੱਡੀ ਚਲੀ ਗਈ, ਪਰ ਪਿੰਡ ਵਿੱਚ ਲੱਗਦਾ ਸੀ ਹਨੇਰ ਪੈ ਗਿਆ। ਕਰਨੈਲ ਦੀ ਭੈਣ ਦੀਆਂ ਚੀਕਾਂ ਅਸਮਾਨ ਦਾ ਸੀਨਾ ਪਾੜ ਰਹੀਆਂ ਸੀ। ਕਿਹੜੇ ਲਾਡ ਨਹੀਂ ਲੜਾਏ ਵੇ ਵੀਰਾ, ਰੱਖੜੀ ਹੁਣ ਕਿਹਦੇ ਗੁੱਟ ਤੇ ਬੰਨੂ ਵੇ ਵੀਰਾ, ਸਾਡੀ ਦੁਨੀਆ ਉਜਾੜ ਕੇ ਤੁਰ ਗਿਆ ਵੇ ਵੀਰਾ। ਜ਼ਿਲ੍ਹਾ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਅੰਤਮ ਸੰਸਕਾਰ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਸੀ। ਤਹਿਸੀਲਦਾਰ, ਐਸਡੀਐਮ, ਏਡੀਸੀ ਅਤੇ ਡੀਸੀ ਤਿਆਰੀਆਂ ਦਾ ਜਾਇਜ਼ਾ ਲੈ ਚੁੱਕੇ ਸੀ। ਸਰਪੰਚ ਸਾਹਿਬ ਦੇ ਫੋਨ ਤੇ ਸੁਨੇਹਾ ਆਇਆ ਕਿ ਕੱਲ੍ਹ ਸਵੇਰੇ ਹੈਲੀਕਾਪਟਰ ਰਾਹੀਂ ਮ੍ਰਿਤਕ ਦੇ ਚੰਡੀਗੜ੍ਹ ਆਵੇਗੀ ਅਤੇ 12 ਵਜੇ ਦੇ ਕਰੀਬ ਪਿੰਡ ਪਹੁੰਚ ਜਾਵੇਗੀ। ਗੁਰਦੁਆਰੇ ਦੇ ਬਰਾਂਡੇ ਵਿੱਚ ਸਾਰੇ ਪਿੰਡ ਵਾਸੀ ਅਤੇ ਰਿਸ਼ਤੇਦਾਰ ਸ਼ਹੀਦ ਕਰਨੈਲ ਸਿੰਘ ਦੀ ਮ੍ਰਿਤਕ ਦੇਹ ਦੇ ਅੰਤਮ ਦਰਸ਼ਨ ਕਰਨ ਲਈ ਬੈਠੇ ਸਨ। ਨੰਬਰਦਾਰ ਗੁਰਮੁਖ ਸਿੰਘ ਅਖਬਾਰ ਪੜ੍ਹਦਾ ਹੋਇਆ ਬੋਲਿਆ ਕਿ ਇੱਕ ਤਾਂ ਇਹਨਾਂ ਲੀਡਰਾਂ ਦੇ ਬਿਆਨਾਂ ਦਾ ਕੋਈ ਭਰੋਸਾ ਨਹੀਂ, ਕੀ ਕਹਿ ਦੇਣ, ਜਨਤਾ ਨੂੰ ਹਮੇਸ਼ਾ ਮੂਰਖ ਬਣਾਉਂਦੇ ਰਹਿੰਦੇ ਨੇ। ਸਰਪੰਚ ਨੇ ਟੋਕਦੇ ਹੋਏ ਕਿਹਾ, ਅਜਿਹਾ ਕੀ ਕਹਿ ਦਿੱਤਾ ਲੀਡਰਾਂ ਨੇ? ਸਰਪੰਚ ਸਾਹਿਬ, ਗ੍ਰਹਿ ਮੰਤਰੀ ਕਹਿ ਰਿਹਾ ਚੀਨ ਦੀ ਘੁਸਪੈਠ ਹੋਈ ਹੈ ਲੇਹ ਗਲਵਾਨ ਦੀ ਘਾਟੀ ਵਿੱਚ, ਪਰ ਪ੍ਰਧਾਨ ਮੰਤਰੀ ਕਹਿੰਦਾ ਨਹੀਂ ਹੋਈ, ਸਭ ਠੀਕ ਠਾਕ ਹੈ, ਬਾਰਡਰ ਦੀ ਸਥਿਤੀ ਵਿੱਚ ਕੋਈ ਵਾਧਾ ਘਾਟਾ ਨਹੀਂ ਹੋਇਆ। ਭਲਾ ਕੋਈ ਪੁੱਛੇ ਇਸ ਚੰਦਭਾਨ ਦੇ ਸਟੇਸ਼ਨ ਨੂੰ। ਫਿਰ ਇਹ ਇੱਕ ਫੌਜੀ ਅਫਸਰ ਅਤੇ 14-15 ਫੌਜੀ ਆਪਣੇ ਕਰਨੈਲ ਹੋਰੀ ਕਿਸ ਤਰ੍ਹਾਂ ਸ਼ਹੀਦ ਹੋਏ ਨੇ? ਹੋਰ ਤਾਂ ਹੋਰ, ਕਹਿੰਦੇ ਹੁਣ ਦੋਨਾਂ ਦੇਸ਼ਾਂ ਦੇ ਫੌਜੀ ਅਫਸਰਾਂ ਦੀ ਬਾਰਡਰ 'ਤੇ ਗੱਲਬਾਤ ਦੁਆਰਾ ਸ਼ੁਰੂ ਹੋ ਚੁੱਕੀ ਹੈ। ਚੀਨੀ 8-10 ਕਿਲੋਮੀਟਰ ਵਾਪਸ ਜਾਣਗੇ। ਜੇ ਘੁਸਪੈਠ ਹੋਈ ਹੀ ਨਹੀਂ ਤਾਂ ਚੀਨੇ ਵਾਪਸ ਕਿਉਂ ਜਾਣਗੇ? ਸਰਪੰਚ, ਗੱਲ ਤਾਂ ਠੀਕ ਹੈ, ਇਹਨਾਂ ਲੀਡਰਾਂ ਦੇ ਪੁੱਤ ਤਾਂ ਕਦੀ ਜਾਂਦੇ ਨਹੀਂ ਜੰਗਾਂ ਲੜਨ। ਇਹ ਤਾਂ ਆਪਣੇ ਗਰੀਬਾਂ ਦੇ ਬੱਚੇ ਬੇਰੁਜ਼ਗਾਰੀ ਦੇ ਝੰਬੇ ਹੋਏ ਜਾਂਦੇ ਨੇ ਜਾਨ ਤਲੀ 'ਤੇ ਧਰ ਕੇ ਦੇਸ਼ ਅਤੇ ਬਾਰਡਰਾਂ ਦੀ ਰਾਖੀ ਕਰਨ। ਜੇ ਆਪਣੇ ਪੁੱਤਰ ਸਰਹੱਦਾਂ ਦੀ ਰਾਖੀ ਕਰਦੇ ਨੇ ਤਾਂ ਹੀ ਤਾਂ ਅਸੀਂ ਅਤੇ ਇਹ ਨੇਤਾ ਸੌਂਦੇ ਨੇ ਏਸੀ ਕਮਰਿਆਂ ਵਿੱਚ। ਫਿਰ ਜੋ ਮਰਜ਼ੀ ਬਿਆਨ ਛੱਡੀ ਜਾਣ, ਦੁਨੀਆ ਤਾਂ ਉਸ ਦੀ ਲੁੱਟੀ ਜਾਂਦੀ ਹੈ ਜਿਸ ਦਾ ਜਵਾਨ ਪੁੱਤ ਤਿਰੰਗੇ ਵਿੱਚ ਲਿਪਟ ਕੇ ਆਉਂਦਾ। ਕਾਫੀ ਦੂਰੋਂ ਧੂੜ ਜਿਹੀ ਉੱਡਦੀ ਹੈ ਅਤੇ ਗੱਡੀਆਂ ਦਾ ਇੱਕ ਕਾਫਲਾ ਹੌਲੀ ਹੌਲੀ ਪਿੰਡ ਵੱਲ ਨੂੰ ਵੱਧਦਾ ਨਜ਼ਰ ਆਉਂਦਾ ਹੈ। ਪਿੱਛੋਂ ਕਈ ਪਿੰਡਾਂ ਦੇ ਲੋਕੀ ਕਾਫਲੇ ਦੇ ਅੱਗੇ ਪਿੱਛੇ ਚੱਲਦੇ ਹੋਏ ਜ਼ੋਰ-ਜ਼ੋਰ ਦੀ ਨਾਅਰੇ ਮਾਰਦੇ ਹਨ।
ਭਾਰਤ ਮਾਤਾ ਦੀ ਜੈ। ਜਦ ਤੱਕ ਸੂਰਜ ਚੰਦ ਰਹੇਗਾ ਕਰਨੈਲ ਤੇਰਾ ਨਾਮ ਰਹੇਗਾ। ਸ਼ਹੀਦ ਕਰਨੈਲ ਸਿੰਘ ਫੌਜੀ ਜਿੰਦਾਬਾਦ ਜਿੰਦਾਬਾਦ। ਜਿਉਂ ਹੀ ਗੱਡੀਆਂ ਦਾ ਕਾਫਲਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਕੇ ਰੁਕਿਆ, ਫੌਜੀਆਂ ਦੀ ਗਾਰਡ ਨੇ ਪਰੇਡ ਕਰਦੇ ਹੋਏ ਤਿਰੰਗੇ ਵਿੱਚ ਲਿਪਟਿਆ ਤਾਬੂਜ ਬੜੇ ਹੀ ਸਨਮਾਨ ਨਾਲ ਪੰਡਾਲ ਵਿੱਚ ਰੱਖ ਦਿੱਤਾ। ਸ਼ਹੀਦ ਕਰਨੈਲ ਦੀ ਮਾਤਾ ਨੂੰ ਆਖਰੀ ਦਰਸ਼ਨ ਕਰਨ ਲਈ ਲੈ ਕੇ ਆਏ। ਬੇਬੇ ਤਾਂ ਤਾਬੂਜ ਦੇ ਉੱਪਰ ਡਿੱਗ ਹੀ ਪਈ, ਰੋਇਆ ਵੀ ਨਾ ਜਾਵੇ। ਸਾਰੇ ਪਿੰਡ ਵਾਸੀ ਅਤੇ ਰਿਸ਼ਤੇਦਾਰ ਆਪਣੀਆਂ ਅੱਖਾਂ ਪੂੰਝ ਰਹੇ ਸੀ। ਜਦੋਂ ਕਰਨੈਲ ਦੀ ਭੈਣ ਨੇ ਤਿਰੰਗਾ ਹਟਾ ਕੇ ਵੀਰ ਦਾ ਮੁੱਖ ਚੁੰਮਣ ਦੀ ਕੋਸ਼ਿਸ਼ ਕੀਤੀ ਤਾਂ ਫੌਜੀ ਗਾਰਡ ਨੇ ਮਨਾ ਕਰ ਦਿੱਤਾ, ਕਿਉਂਕਿ ਚਿਹਰਾ ਹੁਣ ਪਹਿਚਾਨਣ ਲਾਇਕ ਨਹੀਂ ਰਿਹਾ ਸੀ। ਮੂੰਹ ਸਿਰ ਫਿੱਸਿਆ ਪਿਆ ਸੀ। ਉਸੇ ਤਰ੍ਹਾਂ ਹੀ ਕਾਫਲਾ ਸ਼ਮਸ਼ਾਨ ਘਾਟ ਵੱਲ ਨੂੰ ਚੱਲ ਪਿਆ। ਸ਼ਮਸ਼ਾਨ ਘਾਟ ਦੁਆਲੇ ਲੋਕਾਂ ਦੀ ਭੀੜ ਦਾ ਹੜ੍ਹ ਜਿਹਾ ਆ ਗਿਆ ਅਤੇ ਹਰ ਕਿਸੇ ਦੀਆਂ ਅੱਖੀਆਂ ਨਮ ਸੀ। ਸ਼ਹੀਦ ਦੀ ਲਾਸ਼ ਨੂੰ ਚਿਤਾ ਉੱਪਰ ਰੱਖਣ ਤੋਂ ਪਹਿਲਾਂ ਫੌਜੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਸੈਨਿਕ ਸਨਮਾਨ ਨਾਲ ਸ਼ਰਧਾਂਜਲੀ ਭੇਂਟ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਦਵੰਤੇ ਸੱਜਣਾਂ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਕੁਝ ਦੇਰ ਬਾਅਦ ਫੌਜੀ ਟੁਕੜੀ ਨੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਕੋਲੋਂ ਵਾਪਸ ਜਾਣ ਦੀ ਇਜਾਜ਼ਤ ਲਈ, ਪਰ ਸਰਪੰਚ ਸਾਹਿਬ ਅਤੇ ਪਿੰਡ ਦੇ ਲੋਕਾਂ ਨੇ ਸ਼ਰਧਾ ਅਨੁਸਾਰ ਕੁਝ ਮਾਇਆ ਇਕੱਠੀ ਕੀਤੀ ਅਤੇ ਫੌਜੀ ਟੁਕੜੀ ਦੇ ਇੰਚਾਰਜ ਸੂਬੇਦਾਰ ਸਾਹਿਬ ਨੂੰ ਸਿੱਖ ਲਾਈਟ ਇਨਫੈਂਟਰੀ ਸੈਂਟਰ ਵਿਖੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਦੇ ਦਿੱਤੀ। ਕਰਨੈਲ ਦੇ ਪਿਤਾ ਜੀ ਨੇ ਵੀ ਕੁਝ ਮਾਇਆ ਦਿੱਤੀ, ਜਿਸ ਵਿੱਚ 100 ਰੁਪਏ ਦਾ ਹਲਦੀ ਵਾਲਾ ਨੋਟ ਵੀ ਸੀ। ਕੁਝ ਖਾਸ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਤੋਂ ਬਿਨਾਂ ਹੌਲੀ-ਹੌਲੀ ਸਾਰੀ ਸੰਗਤ ਪਿੰਡ ਵੱਲ ਨੂੰ ਚਲੀ ਗਈ। ਰੈਜੀਮੈਂਟ ਵਿੱਚ ਪਹੁੰਚ ਕੇ ਫੌਜੀ ਟੁਕੜੀ ਇੰਚਾਰਜ ਨੇ ਸ਼ਹੀਦ ਦੇ ਸੰਸਕਾਰ ਦੀ ਰਿਪੋਰਟ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਅਤੇ ਸ਼ਹੀਦ ਦੀ ਯਾਦਗਾਰ ਬਣਾਉਣ ਲਈ ਜੋ ਮਾਇਆ ਪਿੰਡ ਵਾਲਿਆਂ ਨੇ ਦਿੱਤੀ ਸੀ, ਉਹ ਪਲਟਨ ਦੇ ਖਜ਼ਾਨੇ ਕੁਆਟਰ ਗਾਰਡ ਵਿੱਚ ਜਮ੍ਹਾਂ ਕਰਵਾ ਦਿੱਤੀ। 7500 ਰੁਪਏ ਦੀ ਰਕਮ ਜੋ ਪਿੰਡ ਵਾਲਿਆਂ ਨੇ ਦਿੱਤੀ ਸੀ, ਅਕਾਊਂਟਸ ਕਲਰਕ ਨੇ ਸ਼ਹੀਦ ਯਾਦਗਾਰੀ ਫੰਡ ਵਾਲੀ ਲੈਜਰ ਵਿੱਚ ਚੜ੍ਹਾ ਦਿੱਤੀ। ਹੁਣ ਆਪਾਂ ਵੀ ਹਰ ਰੋਜ਼ ਕੁਆਟਰ ਗਾਰਡ ਦੇ ਸੰਤਰੀਆਂ ਦੀ ਪਰੇਡ ਦਾ ਆਨੰਦ ਮਾਣ ਰਹੇ ਹਾਂ। ਜਦੋਂ ਕਦੀ ਸੁਲੱਖਣੀ ਘੜੀ ਆਈ ਬਾਹਰ ਆਵਾਂਗੇ ਤਾਂ ਅਗਲੀ ਕਹਾਣੀ ਦੱਸਾਂਗੇ। ਜੈ ਹਿੰਦ, ਸਤਿ ਸ਼੍ਰੀ ਅਕਾਲ ਜੀ। ਚੜ੍ਹਦਾ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਮੇਰਾ ਹੌਸਲਾ ਹੋਰ ਵਧੇਗਾ ਜੀ। ਸਤਿ ਸ਼੍ਰੀ ਅਕਾਲ।